ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਟੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਸੈਗਮੈਂਟ ਦੀ। ਫੈਡਰਲ ਚੋਣਾਂ 2021 ਦੇ ਵਿੱਚ ਲਿਬਰਲ ਆਗੂ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਾਰਟੀ ਮੁੜ ਤੋਂ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ, ਪਰ ਇਸ ਵਾਰ ਵੀ ਲਿਬਰਲਸ ਨੂੰ ਬਹੁਮਤ ਹਾਸਲ ਨਹੀਂ ਹੋ ਸਕੀ। ਇਸ ਵਾਰ ਦੀਆਂ ਚੋਣਾਂ ਦੇ ਵਿੱਚ ਲਿਬਰਲਸ ਦੇ ਖਾਤੇ ਦੇ ਵਿੱਚ 158 ਸੀਟਾਂ ਆਈਆਂ ਹਨ। ਕੰਜ਼ਰਵੇਟਿਵਸ ਦੇ ਕੋਲ 119, ਬਲਾਕ ਕਿਬੈਕਵਾ ਦੇ ਕੋਲ 34 ਅਤੇ NDP ਚੌਥੇ ਸਥਾਨ ਤੇ ਰਹੀ। NDP ਦੇ ਕੋਲ 25 ਸੀਟਾਂ ਹੀ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਆਈਆਂ ਹਨ ਤੇ 2 ਸੀਟਾਂ ਗ੍ਰੀਨ ਪਾਰਟੀ ਦੇ ਖਾਤੇ ਵਿੱਚ ਗਈਆਂ ਹਨ। ਪੇਸ਼ ਹੈ ਇੱਕ ਖਾਸ ਰਿਪੋਰਟ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਰਵਾਈਆਂ ਗਈਆਂ ਚੋਣਾਂ ਦੇ ਵਿੱਚ ਇੱਕ ਵਾਰੀ ਮੁੜ ਤੋਂ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ, ਪਰ ਇਸ ਵਾਰ ਵੀ ਲਿਬਰਲਸ ਬਹੁਮਤ ਹਾਸਲ ਨਹੀਂ ਕਰ ਸਕੇ। ਬਹੁਗਿਣਤੀ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 170 ਸੀਟਾਂ ਉੱਤੇ ਜਿੱਤ ਹਾਸਲ ਕਰਨ ਦੀ ਲੋੜ ਸੀ, ਪਰ ਕੈਨੇਡਾ ਦੇ 338 ਫੈਡਰਲ ਹਲਕਿਆਂ ਦੇ ਵਿੱਚੋਂ ਲਿਬਰਲਸ ਦੇ ਕੋਲ 158 ਸੀਟਾਂ, ਕੰਜ਼ਰਵੇਟਿਵਸ ਦੇ ਕੋਲ 119 ਸੀਟਾਂ, ਬਲਾਕ ਕਿਬੈਕਵਾ ਦੇ ਕੋਲ 34 ਅਤੇ NDP ਦੇ ਕੋਲ ਸਿਰਫ 25 ਸੀਟਾਂ ਹੀ ਆਈਆਂ ਹਨ ਤੇ ਗ੍ਰੀਨ ਪਾਰਟੀ ਦੇ ਕੋਲ 2 ਸੀਟਾਂ ਗਈਆਂ। As Canadians, you've elected parliamentarians to deliver on all this, and our team, our government is ready. ਕਈ ਫੈਡਰਲ ਰਾਈਡਿੰਗਸ ਦੇ ਵਿੱਚ ਕਾਊਂਟਿੰਗ ਫਿਲਹਾਲ ਜਾਰੀ ਹੈ। ਇਸ ਤੋਂ ਇਲਾਵਾ 5 ਆਜ਼ਾਦ MP ਸਨ ਅਤੇ ਇੱਕ ਸੀਟ ਖਾਲੀ ਸੀ। ਨਤੀਜੇ ਐਲਾਨੇ ਜਾਣ ਸਮੇਂ ਸਾਰਿਆਂ ਦੀਆਂ ਅੱਖਾਂ ਕੰਜ਼ਰਵੇਟਿਵ ਆਗੂ ਐਰੀਨ ਓਟੂਲ ਉੱਤੇ ਲੱਗੀਆਂ ਹੋਈਆਂ ਸਨ, ਪਰ ਉਹਨਾਂ ਦੀ ਪਾਰਟੀ ਜਿਹੋ ਜਿਹੇ ਨਤੀਜੇ ਚਾਹੁੰਦੀ ਸੀ ਉਹਨਾਂ ਨੂੰ ਉਹ ਹਾਸਲ ਨਹੀਂ ਹੋ ਸਕੇ। ਬਲਾਕ ਕਿਬੈਕਵਾ ਆਗੂ ਈਵਸ ਫਰਾਂਸਵਾ ਬਲਾਂਸ਼ੇਟ ਦੇ ਕੋਲ ਉਨੀਆਂ ਹੀ ਸੀਟਾਂ ਹਨ ਜਿੰਨੀਆਂ ਕਿ ਚੋਣਾਂ ਦਾ ਸੱਦਾ ਦਿੱਤੇ ਜਾਣ ਤੋਂ ਪਹਿਲਾਂ ਸਨ। NDP ਆਗੂ ਜਗਮੀਤ ਸਿੰਘ ਨੂੰ ਮਿਲੀਆਂ ਵੋਟਾਂ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਗ੍ਰੀਨ ਪਾਰਟੀ ਆਗੂ ਅਨੇਮੀ ਪੌਲ ਅਤੇ ਪੀਪਲਸ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਇਹਨਾਂ ਚੋਣਾਂ ਦੇ ਵਿੱਚ ਅਸਫਲ ਰਹੇ। ਫੈਡਰਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਲਿਬਰਲਸ ਨੂੰ ਇੱਕ ਵਾਰੀ ਮੁੜ ਘੱਟ ਗਿਣਤੀ ਸਰਕਾਰ ਹੀ ਬਣਾਉਣੀ ਹੋਏਗੀ ਤੇ ਆਪਣੇ ਬਿੱਲ ਪਾਸ ਕਰਵਾਉਣ ਲਈ ਦੂਜੀਆਂ ਪਾਰਟੀਆਂ ਦਾ ਸਹਾਰਾ ਲੈਣਾ ਹੋਏਗਾ। ਫੈਡਰਲ NDP ਲੀਡਰ ਜਗਮੀਤ ਸਿੰਘ ਨੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਬਰਨਬੀ ਸਾਊਥ ਤੋਂ ਜਿੱਤ ਹਾਸਲ ਕੀਤੀ ਹੈ, ਪਰ ਉਹਨਾਂ ਨੂੰ ਬਹੁਮਤ ਹਾਸਲ ਨਹੀਂ ਹੋ ਸਕੀ। ਹਾਲਾਂਕਿ ਉਹਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਸੀ ਬਹੁਮਤ ਲਈ, ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ NDP ਨੂੰ ਚੌਥਾ ਸਥਾਨ ਹਾਸਲ ਹੋਇਆ ਹੈ। 2019 ਦੇ ਵਿੱਚ ਪਾਰਟੀ ਨੂੰ ਜਿੰਨੀਆਂ ਵੋਟਾਂ ਹਾਸਲ ਹੋਈਆਂ ਸਨ ਉਸ ਨਾਲੋਂ ਇਸ ਵਾਰ ਜ਼ਿਆਦਾ ਵੋਟਾਂ ਹਾਸਲ ਹੋਣ ਦੀ ਉਮੀਦ ਸੀ, ਪਰ ਹੋਇਆ ਇਸ ਤੋਂ ਬਿਲਕੁਲ ਉਲਟ ਤੇ ਪਾਰਟੀ ਪਹਿਲਾਂ ਤੋਂ ਹੀ ਹਾਸਲ 44 ਸੀਟਾਂ ਦੇ ਵਿੱਚੋਂ 20 ਸੀਟਾਂ ਹਾਰ ਗਈ। ਇੱਕ ਦਹਾਕੇ ਦੇ ਵਿੱਚ NDP ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਫੈਡਰਲ NDP ਲੀਡਰ ਜਗਮੀਤ ਸਿੰਘ ਨੇ ਚੋਣ ਨਤੀਜਿਆਂ ਤੋਂ ਬਾਅਦ ਵੈਨਕੂਵਰ ਦੇ ਵਿੱਚ ਕੈਨੇਡੀਅਨਸ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਇਸ ਵਾਰ NDP ਨੇ ਜਿਹੜੇ ਉਮੀਦਵਾਰ ਖੜੇ ਕੀਤੇ ਸਨ ਉਹਨਾਂ ਦੇ ਵਿੱਚੋਂ 170 ਮਹਿਲਾਵਾਂ ਸਨ, ਜਿਨ੍ਹਾਂ ਵਿੱਚੋਂ 29 ਮੂਲ ਵਾਸੀ ਸਨ। ਇਸ ਦੇ ਨਾਲ ਹੀ ਵੱਖ-ਵੱਖ ਕਮਿਊਨਿਟੀ ਤੋਂ 104 ਉਮੀਦਵਾਰ ਮੈਦਾਨ ਦੇ ਵਿੱਚ ਸਨ। 45 ਅਜਿਹੇ ਉਮੀਦਵਾਰ ਸਨ ਜਿਨ੍ਹਾਂ ਦੀ ਉਮਰ 26 ਸਾਲ ਤੋਂ ਘੱਟ ਸੀ ਅਤੇ 39 ਅਪਾਹਜ ਸਨ ਅਤੇ 69 ਅਜਿਹੇ ਉਮੀਦਵਾਰ ਸਨ ਜਿਹੜੇ LGBTQ ਕਮਿਊਨਿਟੀ ਤੋਂ ਸਨ। I wanted to make sure Canadians knew that we were going to keep on fighting for them. And I wanted that to be really clear, that we are going to keep on fighting for the things that people need. We heard a lot of things over this campaign. There are a lot of needs out there, and we are going to keep on fighting for people. So I wanted that to be really clear. ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਉਸ ਲੋਕੇਸ਼ਨ ਦੇ ਕੁਝ ਦ੍ਰਿਸ਼ ਜਿੱਥੇ ਫੈਡਰਲ ਚੋਣਾਂ ਦੇ ਬੈਲਟਸ ਦੀ ਕਾਊਂਟਿੰਗ ਕੀਤੀ ਗਈ ਹੈ। ਦੱਸ ਦਈਏ ਕਿ ਇਸ ਬੈਲਟ ਐਕਸੈਸ ਏਰੀਆ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਵਿਖੇ ਸਿਰਫ PTC ਪੰਜਾਬੀ ਕੈਨੇਡਾ ਦੀ ਟੀਮ ਵੱਲੋਂ ਹੀ ਨਿਊਜ਼ ਕਵਰੇਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਲੋਕੇਸ਼ਨ ਤੇ ਐਡਵਾਂਸ ਪੋਲਿੰਗ ਦੇ ਬੈਲਟਸ ਦੀ ਕਾਊਂਟਿੰਗ ਕੀਤੀ ਗਈ ਹੈ ਅਤੇ ਇੱਥੇ ਮੌਜੂਦ ਇਲੈਕਸ਼ਨ ਕੈਨੇਡਾ ਦੀ ਸਪੋਕਸਪਰਸਨ ਨੈਥੈਲੀ ਨੇ PTC ਦੀ ਟੀਮ ਦੇ ਨਾਲ ਖਾਸ ਜਾਣਕਾਰੀ ਵੀ ਸਾਂਝੀ ਕੀਤੀ। ਦੱਸ ਦਈਏ ਕਿ ਇਸ ਵੇਲੇ ਅਸੀਂ ਐਡਵਾਂਸ ਪੋਲਿੰਗ ਦੀ ਜਿਹੜੀ ਜਿੱਥੇ ਕਾਊਂਟਿੰਗ ਹੋ ਰਹੀ ਹੈ ਉਸ ਲੋਕੇਸ਼ਨ 'ਤੇ ਮੌਜੂਦ ਹੈਗੇ ਆ। ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ PTC ਪੰਜਾਬੀ ਕੈਨੇਡਾ ਇਜ਼ ਦ ਓਨਲੀ ਚੈਨਲ ਜਿਸ ਨੂੰ ਮੌਕਾ ਮਿਲਿਆ ਹੈਗਾ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਕਵਰੇਜ ਕਰਨ ਦਾ। ਇਸ ਵੇਲੇ ਅਸੀਂ ਐਡਵਾਂਸ ਪੋਲਿੰਗ ਦੇ ਵੋਟਿੰਗ ਸਟੇਸ਼ਨ ਦੇ ਉੱਤੇ ਮੌਜੂਦ ਹੈਗੇ ਹਾਂ ਜਿੱਥੇ ਇਸ ਵੇਲੇ ਕਾਊਂਟਿੰਗ ਚੱਲ ਰਹੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਟੇਬਲ ਦੇ ਉੱਤੇ 2 ਵਰਕਰਸ ਇੱਥੇ ਬੈਠੇ ਹੈਗੇ ਨੇ। ਇਸ ਦਾ ਪੂਰਾ ਇੱਕ ਪ੍ਰੋਸੈਸ ਹੁੰਦਾ ਹੈ।
ਪੂਰਾ ਇੱਕ ਪ੍ਰੋਸੈਸ ਹੁੰਦਾ ਹੈ ਜਿੱਥੇ ਕਿ ਪਹਿਲਾਂ ਵਰਕਰਸ ਵੱਲੋਂ ਇੰਡੀਵਿਜੂਅਲੀ ਕੈਂਡੀਡੇਟਸ ਦੇ ਨਾਮ ਦੇ ਅਕੋਰਡਿੰਗਲੀ ਬੈਲਟਸ ਜਿਹੜੇ ਨੇ ਉਹ ਸੈਪਰੇਟ ਕੀਤੇ ਜਾਂਦੇ ਨੇ। ਸਾਰੇ ਬੈਲਟ ਸੈਪਰੇਟ ਕਰਨ ਤੋਂ ਬਾਅਦ ਉਸ ਨੂੰ ਕਾਊਂਟ ਕੀਤਾ ਜਾਂਦਾ, ਜਿਹੜਾ ਸੈਕਿੰਡ ਪ੍ਰੋਸੈਸ ਹੈਗਾ ਉਸ ਨੂੰ ਕਾਊਂਟ ਕੀਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਬੈਲਟਸ ਜਿਹੜੇ ਇੰਡੀਵਿਜੂਅਲੀ ਸੈਪਰੇਟ ਕਰਨ ਤੋਂ ਬਾਅਦ ਕਾਊਂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਾਊਂਟਿੰਗ ਇੱਥੇ ਚੱਲ ਰਹੀ ਹੈਗੀ ਹੈ। ਕਾਊਂਟ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਫਾਰਮ ਵੀ ਦਿੱਤਾ ਜਾਂਦਾ ਵਰਕਰਸ ਨੂੰ, ਜਿੱਥੇ ਵਰਕਰਸ ਕੈਂਡੀਡੇਟ ਦੇ ਨਾਮ ਦੇ ਅੱਗੇ ਉਹਨਾਂ ਦੀ ਜਿਹੜੀ ਬੈਲਟ ਦੀ ਕਾਊਂਟਿੰਗ ਹੈਗੀ ਹੈ ਉਹ ਲਿਖਦੇ ਹਨ। ਉਸ ਤੋਂ ਬਾਅਦ ਇਹ ਜਿਹੜੇ ਬੈਲਟਸ ਦੀ ਕਾਊਂਟਿੰਗ ਦਾ ਜਿਹੜਾ ਫਾਰਮ ਹੁੰਦਾ ਹੈ ਉਹ ਇੱਕ ਐਨਵਲਪ ਦੇ ਵਿੱਚ ਪਾ ਕੇ ਰਿਟਰਨਿੰਗ ਆਫਿਸਰ ਨੂੰ ਦਿੱਤਾ ਜਾਂਦਾ ਹੈ। ਰਿਟਰਨਿੰਗ ਆਫਿਸਰ ਉਹ ਇਨਫੋਰਮੇਸ਼ਨ ਜੋ ਹੈ ਉਹ ਇਲੈਕਸ਼ਨ ਕੈਨੇਡਾ ਆਟਵਾ ਨੂੰ ਭੇਜਦਾ ਹੈ ਔਰ ਇਲੈਕਸ਼ਨ ਕੈਨੇਡਾ ਆਟਵਾ ਦੇ ਦਫ਼ਤਰ ਵੱਲੋਂ ਜਿਹੜੀ ਮੇਨ ਇਲੈਕਸ਼ਨ ਰਿਜ਼ਲਟਸ ਹੈਗੇ ਨੇ ਉਹ ਡਿਕਲੇਅਰ ਕੀਤੇ ਜਾਂਦੇ ਨੇ, ਉਹ ਮੀਡੀਆ ਨੂੰ ਭੇਜੇ ਜਾਂਦੇ ਨੇ ਔਰ ਮੀਡੀਆ ਫਿਰ ਜਿਹੜਾ ਰਿਜ਼ਲਟਸ ਹੈ ਉਹ ਜਨਤਾ ਤੱਕ ਪਹੁੰਚ ਜਾਂਦਾ ਹੈ। ਦੱਸ ਦਈਏ ਕਿ ਇਸ ਵਾਰੀ ਐਡਵਾਂਸ ਪੋਲਿੰਗ ਦੇ ਵਿੱਚ ਖਾਸ ਕਰਕੇ ਬਹੁਤ ਵੱਡਾ ਟਰਨਆਊਟ ਵੇਖਿਆ ਗਿਆ ਹੈਗਾ। ਐਡਵਾਂਸ ਪੋਲਿੰਗ ਇਸ ਵਾਰੀ 4 ਦਿਨਾਂ ਲਈ ਰੱਖੀ ਗਈ ਸੀ। ਯੂਜੂਅਲੀ ਐਡਵਾਂਸ ਪੋਲਿੰਗ 2 ਦਿਨਾਂ ਲਈ ਰੱਖੀ ਜਾਂਦੀ ਹੈ, ਪਰ ਇਸ ਵਾਰੀ ਐਡਵਾਂਸ ਪੋਲਿੰਗ ਜਿਹੜੀ ਹੈ ਉਹ 4 ਦਿਨਾਂ ਲਈ ਰੱਖੀ ਗਈ ਸੀ। ਐਡਵਾਂਸ ਪੋਲਿੰਗ ਦੇ ਵਿੱਚ ਇੱਕ ਨਵਾਂ ਰੈਕਡ ਸੈੱਟ ਹੋਇਆ ਇਸ ਵਾਰੀ। 5.8 ਮਿਲੀਅਨ ਵੋਟਰਸ ਨੇ ਵੋਟ ਕਾਸਟ ਕੀਤਾ ਹੈਗਾ। ਪੈਂਡੈਮਿਕ ਮੈਜਰਸ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਜੇ ਅਸੀਂ 2019 ਦੇ ਇਲੈਕਸ਼ਨਸ ਦੀ ਗੱਲ ਕਰੀਏ ਤੇ ਉਸ ਵਿੱਚ ਵੀ ਐਡਵਾਂਸ ਪੋਲਿੰਗ ਦਾ ਜਿਹੜਾ ਟਰਨਆਊਟ ਸੀਗਾ ਉਹ ਆਪਣੇ ਆਪ ਵਿੱਚ ਇੱਕ ਰੈਕਡ ਸੀਗਾ। ਉਹ 2019 ਦੇ ਵਿੱਚ 4.8 ਮਿਲੀਅਨ ਲੋਕਾਂ ਨੇ ਵੋਟ ਕਾਸਟ ਕੀਤੀ ਸੀਗੀ, ਐਡਵਾਂਸ ਪੋਲਿੰਗ ਦਾ ਫਾਇਦਾ ਚੁੱਕਿਆ। ਔਰ 2015 ਦੇ ਵਿੱਚ ਵੀ ਇੱਕ ਨਵਾਂ ਰੈਕਡ ਸੈੱਟ ਹੋਇਆ ਸੀ ਜਦੋਂ 3.8 ਮਿਲੀਅਨ ਲੋਕਾਂ ਨੇ ਵੋਟਸ ਜਿਹੜੀਆਂ ਨੇ ਉਹ ਕਾਸਟ ਕੀਤੀਆਂ ਸੀਗੀਆਂ। ਯੂਥ ਦਾ ਜਿਹੜਾ ਯੂਥ ਵੋਟਰ ਟਰਨਆਊਟ ਪਰਸੈਂਟੇਜ ਹੈਗੀ ਹੈ ਉਸ ਵਿੱਚ ਵੀ ਵਾਧਾ ਵੇਖਿਆ ਗਿਆ ਹੈ। 18% ਦਾ ਇਨਕਰੀਜ਼ ਉਸ ਵਿੱਚ ਵੇਖਿਆ ਗਿਆ ਹੈ। ਸੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਧੀਰੇ ਧੀਰੇ ਕਰਕੇ ਕੈਨੇਡਾ ਦੀ ਇਲੈਕਸ਼ਨਸ ਤੇ ਕੈਨੇਡਾ ਦੇ ਇਲੈਕਸ਼ਨਸ ਦੇ ਵਿੱਚ ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਵੱਧਦਾ ਜਾ ਰਿਹਾ ਹੈ। ਲੋਕੀ ਕੈਨੇਡਾ ਦੀ ਪਾਲਿਸੀਜ਼ ਦੇ ਵਿੱਚ ਇੰਟਰਸਟ ਲੈ ਰਹੇ ਨੇ, ਕੈਨੇਡਾ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਇੰਟਰਸਟ ਲੈ ਰਹੇ ਨੇ। ਔਰ ਜਿਸ ਤਰ੍ਹਾਂ ਇਸ ਕਰਕੇ ਜਿਸ ਤਰ੍ਹਾਂ ਅਸੀਂ ਪੈਂਡੈਮਿਕ ਇਲੈਕਸ਼ਨਸ ਦੀ ਗੱਲ ਕਰ ਰਹੇ ਹਾਂ, ਇਸ ਵਾਰੀ ਇੱਕ ਖਾਸ ਖਿਆਲ ਇਹ ਵੀ ਰੱਖਿਆ ਗਿਆ ਹੈ ਕਿ ਵਰਕਰਸ ਦੀ ਸੇਫਟੀ ਨੂੰ ਕਿਸ ਤਰ੍ਹਾਂ ਉਹਦਾ ਧਿਆਨ ਰੱਖਿਆ ਜਾਏ। ਵਰਕਰਸ ਦੀ ਸੇਫਟੀ ਲਈ ਇੱਥੇ ਸਪੈਸ਼ਲੀ ਬਿਨਾਂ ਮਾਸਕ ਦੇ ਕੋਈ ਵੀ ਨਹੀਂ ਅਲਾਉਡ। ਫੇਸ ਮਾਸਕ ਬਹੁਤ ਜ਼ਰੂਰੀ ਹੈਗਾ। ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈਗੀ ਬਿਨਾਂ ਫੇਸ ਮਾਸਕ ਦੇ। ਹੈਂਡ ਸੈਨੀਟਾਈਜ਼ਿੰਗ ਸਟੇਸ਼ਨਸ ਇੱਥੇ ਤਿਆਰ ਕੀਤੇ ਗਏ ਨੇ ਔਰ ਵਰਕਰਸ ਦੇ ਟੇਬਲਸ ਦੇ ਉੱਤੇ ਸੈਨੀਟਾਈਜ਼ਰਸ ਰੱਖੇ ਗਏ ਨੇ। ਫਿਜ਼ੀਕਲ ਡਿਸਟੈਂਸਿੰਗ ਮੈਜਰਸ ਦਾ ਪੂਰਾ ਖਾਸ ਕਰਕੇ ਖਿਆਲ ਰੱਖਿਆ ਗਿਆ ਹੈ। ਇਲੈਕਸ਼ਨ ਕੈਨੇਡਾ ਦੇ ਜਿਹੜੇ ਵਰਕਰਸ ਹੈਗੇ ਨੇ ਉਹਨਾਂ ਵੱਲੋਂ ਮੇਕ ਸ਼ੋਰ ਕੀਤਾ ਜਾ ਰਿਹਾ ਹੈ ਕਿ ਸਾਰੀ ਜਿਹੜੀ ਸੇਫਟੀ ਮੈਜਰਸ ਹੈਗੇ ਨੇ ਪੈਂਡੈਮਿਕ ਦੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏ। ਹੈਲਥ ਗਾਈਡਲਾਈਨਸ ਜਿਹੜੀਆਂ ਨੇ ਉਹ ਫੋਲੋ ਕੀਤੀਆਂ ਜਾਣ। ਇਸ ਦੇ ਨਾਲ ਹੀ ਇੱਥੇ ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵਸ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਟਰਾਂਸਪੇਰੈਂਸੀ ਹੈਗੀ ਹੈ ਉਹ ਇੱਥੇ ਮੇਨਟੇਨ ਰਹੇ, ਕੋਈ ਵੀ ਹੇਰ ਫੇਰ ਨਾ ਹੋਏ ਔਰ ਜਿਹੜਾ ਵੀ ਕੈਂਡੀਡੇਟ ਦਾ ਜਿਹੜੇ ਵੀ ਪਾਰਟੀ ਦਾ ਬੈਲਟ ਹੈਗਾ ਉਹ ਉਸੇ ਦੇ ਖਾਤੇ ਦੇ ਵਿੱਚ ਜਾਏ। ਇਸ ਦੇ ਨਾਲ ਹੀ ਦੱਸ ਦਈਏ ਕਿ ਇਲੈਕਸ਼ਨ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ ਦੇ ਜਿਹੜੇ ਰਿਜ਼ਲਟਸ ਹੈਗੇ ਨੇ ਉਹ ਸ਼ਾਇਦ ਡਿਲੇ ਹੋਣ ਕਿਉਂਕਿ ਪੈਂਡੈਮਿਕ ਕਰਕੇ ਕਾਫੀ ਲੋਕਾਂ ਨੇ ਮੇਲ ਇਨ ਬੈਲਟਸ ਦੀ ਰਿਕੁਐਸਟ ਪਾਈ। ਇਲੈਕਸ਼ਨ ਕੈਨੇਡਾ ਨੂੰ ਇਸ ਵਾਰੀ 1 ਮਿਲੀਅਨ ਤੋਂ ਵੱਧ ਜਿਹੜੇ ਬੈਲਟਸ ਹੈਗੇ ਨੇ ਉਹ ਮੇਲ ਰਾਹੀਂ ਆਏ ਨੇ ਔਰ ਖਾਸ ਕਰਕੇ ਪੈਂਡੈਮਿਕ ਦੇ ਦੌਰਾਨ ਜਿਹੜੇ ਲੋਕੀ ਕੈਨੇਡਾ ਤੋਂ ਬਾਹਰ ਫਸੇ ਹੋਏ ਹਨ, ਕੈਨੇਡਾ ਤੋਂ ਬਾਹਰ ਜਿਹੜੇ ਲੋਕੀ ਫਸੇ ਹਨ ਉਹਨਾਂ ਦੇ ਵੋਟਸ ਵੀ ਉਹਨਾਂ ਨੂੰ ਵੀ ਇਸ਼ੂਜ਼ ਕੀਤੀਆਂ ਗਈਆਂ ਸੀਗੀਆਂ। ਵੋਟਿੰਗ ਕਿਟਸ ਉਹਨਾਂ ਦੀ ਕਿਟਸ ਵੀ ਵਾਪਸ ਆਈਆਂ ਨੇ। ਇੰਟਰਨੈਸ਼ਨਲ ਬੈਲਟਸ ਜਿਹੜੇ ਹੁੰਦੇ ਨੇ ਔਰ ਜਿਹੜੇ ਕੈਨੇਡੀਅਨ ਆਰਮਡ ਫੋਰਸਿਸ ਦੇ ਜਿਹੜੇ ਬੈਲਟਸ ਹੁੰਦੇ ਨੇ, ਜਿਹੜੇ ਕੈਨੇਡੀਅਨ ਆਰਮਡ ਪਰਸਨਲ ਜਿਹੜੇ ਕੈਨੇਡਾ ਤੋਂ ਬਾਹਰ ਹਨ ਉਹਨਾਂ ਦੇ ਜਿਹੜੇ ਬੈਲਟਸ ਨੇ ਉਹ ਪਹਿਲਾਂ ਪਹੁੰਚ ਜਾਂਦੇ ਨੇ ਔਰ ਉਹਨਾਂ ਜਿਹੜਾ ਵੋਟਿੰਗ ਪ੍ਰੋਸੈਸ ਹੈਗਾ ਉਹਨਾਂ ਦਾ 14 ਦਿਨਾਂ ਪਹਿਲਾਂ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਜਿਹੜੇ ਬੈਲਟਸ ਹੁੰਦੇ ਨੇ ਉਹ ਤਾਂ ਪਹਿਲਾਂ ਸ਼ੁਰੂ ਕਰ ਦਿੱਤੇ ਜਾਂਦੇ ਨੇ। ਇਸ ਦੇ ਨਾਲ ਹੀ ਜਿਹੜੀ ਐਡਵਾਂਸ ਪੋਲਿੰਗ ਦੀ ਜਿਹੜੀ ਕਾਊਂਟਿੰਗ ਹੈ ਉਹ ਵੀ ਇਲੈਕਸ਼ਨ ਡੇ 'ਤੇ ਹੀ ਸ਼ੁਰੂ ਹੁੰਦੀ ਹੈ, ਲੇਕਿਨ ਵੋਟਿੰਗ ਖਤਮ ਹੋਣ ਦੇ 1 ਘੰਟਾ ਪਹਿਲਾਂ ਜਿਹੜੇ ਹੈ ਐਡਵਾਂਸ ਵੋਟ ਦੀ ਜਿਹੜੀ ਕਾਊਂਟਿੰਗ ਹੈਗੀ ਹੈ ਉਹ ਸ਼ੁਰੂ ਹੁੰਦੀ ਹੈ। ਇਸੇ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਇਲੈਕਸ਼ਨ ਕੈਨੇਡਾ ਦੇ ਸਪੋਕਸਪਰਸਨ ਨੈਥਲੀ ਦੇ ਨਾਲ ਜੋ ਸਾਨੂੰ ਹੋਰ ਇਨਫੋਰਮੇਸ਼ਨ ਦੇਣਗੇ। ਨੈਥਲੀ, ਵੈਰੀ ਵਾਰਮ ਵੈਲਕਮ ਟੂ PTC ਪੰਜਾਬੀ। Yeah, it's great, and you're witnesses to something that's unique. The vote of the counting of the vote of advance ballot. Later on, it will be the counting of election day's ballot. Absolutely. So, Natalie, how long does it take to count enough votes to at least have a sense of the result?
So Elections Canada, what we do is we count and we validate the results. So it is the media that actually declare a winner. For us, we just count until the end. So mainly tonight, what we're going to be, poll closes in Ontario at 9:30. At 9:30, all the ballots will be counted, advance and election day ballot. That's what we're counting tonight. Tomorrow, it's going to be special ballots. So for people that voted by mail or voted at an Elections Canada office, that's what we're going to be starting tomorrow. But for the vast majority of electoral writing in Canada, over like 90% or 95% of the ballot will be counted tonight. Okay. So to avoid the results of the elections, why can't the officers start counting the ballots as soon as they receive? So it's part of the law. That's how the electoral law in Canada works. So there's specific time to count the ballot. Advance voting ballots, they have permission to start counting 1 hour before a poll closes. And elections day ballot, it's at the end of the poll. So when poll closes, that's what the law specifies. So this year, because of pandemic, we know that Election Canada has received almost 1 million ballots. So is there any special security process for those ballots? Yes. So special ballot is really something that comes, you have like a ballot, a blank ballot, and you need to input the name of the candidate. You put your vote then into a inner ballot, an inner envelope, which is being put into another envelope that you need to sign, saying that, you only voted once and you're a Canadian citizen. So when we receive those ballots, we verify on the envelope that it is the same thing. There's a unique number, so we verify if it's you, and we verify with our list, National Register list, if you voted only once. We then open that first envelope and we toss aside, well, not toss aside, we put aside the ballot. Once all the verification for special ballot is done, then we start counting we open the other envelope and we start counting the vote for special ballot. So do voters get to know that their ballot has been received and counted? Yeah, when you ordered your a special ballot kit by mail, you had a reference number. So with that reference number was, you were able to follow your ballot. So if it was accepted, if your request was accepted, it was mailed to you, and you can check if it was returned to Elections Canada. They receive it. So how do you make sure that transparency is there, and the workers who are counting the ballots this time, are they gonna change the shift or they stay throughout the shift? So workers are opening a box at the time. So here tonight, I think they have 2 boxes, so they'll stay for those 2 boxes. There's 2 scrutineer, like there's 2 election workers per table, and there's also candidate representative that are looking to ensure that the vote is being done accordingly. ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਵਿੱਚ। ਗੱਲ ਚੱਲ ਰਹੀ ਹੈ ਫੈਡਰਲ ਚੋਣਾਂ 2021 ਦੇ ਨਤੀਜਿਆਂ ਦੀ। ਫੈਡਰਲ ਚੋਣਾਂ 2021 ਦੇ ਵਿੱਚ 16 ਪੰਜਾਬੀ ਉਮੀਦਵਾਰ ਅਤੇ 18 ਸਾਊਥ ਏਸ਼ੀਅਨ ਉਮੀਦਵਾਰ ਜੇਤੂ ਰਹੇ ਹਨ। ਪਰ ਖਾਸ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਜਿੰਨੇ ਮਿਨਿਸਟਰ ਸਨ, ਉਹਨਾਂ ਨੇ ਸਾਰਿਆਂ ਨੇ ਆਪਣੀ ਸੀਟ ਉੱਤੇ ਜਿੱਤ ਹਾਸਲ ਕੀਤੀ ਹੈ। ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 18 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਲਹਿਰਾਏ। ਤੇ ਖਾਸ ਗੱਲ ਇਹ ਰਹੀ ਕਿ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਸ਼ਾਮਲ ਸਾਰੇ ਪੰਜਾਬੀ ਮੰਤਰੀ ਜੇਤੂ ਰਹੇ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਂਕੂਵਰ ਸਾਊਥ ਪਾਰਲੀਮੈਂਟਰੀ ਹਲਕੇ ਦੇ ਵਿੱਚ 18,000 ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਕੈਬਨਿਟ ਮੰਤਰੀ ਬਰਦੀਸ਼ ਛੱਗਰ ਨੇ ਵਾਟਰਲੂ ਹਲਕੇ ਦੇ ਵਿੱਚ 24,000 ਤੋਂ ਵੱਧ ਵੋਟਾਂ ਹਾਸਲ ਕੀਤੀਆਂ ਤੇ ਵੱਡੀ ਜਿੱਤ ਦਰਜ ਕੀਤੀ। ਸਰਕਾਰੀ ਖਰੀਦ ਮਾਮਲਿਆਂ ਬਾਰੇ ਮੰਤਰੀ ਅਨੀਤਾ ਆਨੰਦ ਨੇ ਓਕਵਿਲ ਰਾਈਡਿੰਗ ਤੋਂ 26,000 ਤੋਂ ਵੱਧ ਵੋਟਾਂ ਹਾਸਲ ਕੀਤੀਆਂ ਤੇ ਵੱਡੀ ਜਿੱਤ ਦਰਜ ਕੀਤੀ।
ਇਸ ਦੇ ਨਾਲ ਹੀ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਬਰਨਬੀ ਸਾਊਥ ਹਲਕੇ ਦੇ ਵਿੱਚ 15000 ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ 21518 ਵੋਟਾਂ ਲੈ ਕੇ ਜੇਤੂ ਰਹੇ। ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ 19837 ਵੋਟਾਂ ਹਾਸਲ ਕੀਤੀਆਂ ਅਤੇ ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਵੀ ਵੱਡੀ ਜਿੱਤ ਹਾਸਲ ਕੀਤੀ। बहुत ही अज खुशी की गल हैगी सारे सपोर्टर्स वोटर्स वॉलंटियर्स का बहुत बहुत धन्यवाद जिन्हों ने इन्नी मेहनत नाल काम किया हैगा ते सपोर्ट करके मैनू इत्थे पहुँचाया हैगा। सो आई रियली वांट टू से थैंक यू फॉर दैट। लिबरल्स की माइनॉरिटी गवर्नमेंट आई है, हुण अगला कदम की होएगा? की कोलिशन गवर्नमेंट फॉर्म होएगी? देखो जी अगे भी पूरे जी जान नाल एडवोकेसी करके जो ब्रैम्पटन दी नीड्स सीगियां जो भी सानू प्रोजेक्ट दिते गए सी उन्हां लई एडवोकेसी कीती सीगी ते क्योंकि हुण भी उसी तरह नाल जी जान नाल जो भी हो सकूगा जिथे भी जो भी सानू प्रोजेक्ट मिलणगे जिथे भी ब्रैम्पटन दीयां लोड़ां होणगीआं लोगों ने सानू अपना आवाज़ बनाई हैगी ऑटवा दे विच वही आवाज़ उठावांगे जिवें अगे उठाई सी। होर भी हुण ते फर्ज बन जांदा, होर भी रिस्पॉन्सिबिलिटीज़ वध गईयां हैगियां बिकॉज कोविड-19 तो बाद रिकवरी का पाथ जिहड़ा बिल्ड करना हैगा प्लेटफॉर्म ते जिहड़ा हैगा उस हिसाब नाल काम करांगे ताकि असीं उस आसां ते खरे उतर सकीए। तुहाडी प्रायोरिटी की रहेगी अपनी राइडिंग दे लई? बिल्कुल जी जिवें कि असीं साडी सिटी नाल भी जिहड़े असीं साइन कीती कमिटमेंट उन्हां कमिटमेंट शवल रेडी प्रोजेक्ट्स नूं असीं लियावांगे ते जिवें साडे प्लेटफॉर्म दे विच भी हैगा चाहे अफोर्डेबल चाइल्ड केयर होवे चाहे सीनियर्स लई मोर बेनीफिट्स होण चाहे क्रिएटिंग मोर ग्रीन जॉब्स क्वालिटी वालियां होण से उहदे लई पूरीआं जिहड़ियां प्रायोरिटीज़ बेस ते असीं काम करांगे ते उहदी एडवोकेसी करके वध तों वध जिहड़ा हैगा फिर शेयर जिहड़ा असीं ब्रैम्पटन च लियावांगे जी। जिन्ने भी मेरी टीम हैगी जिहड़ी इत्थे अज पहुंची भी हैगी ते जिहड़े नहीं भी पहुंच सके अज उन्हां दा सारिआं दा दिलों धन्नवाद सारिआं दा ही बहुत ज़्यादा धन्नवाद। एंड आई वांट टू से टू ऑल द पीपल ऑफ ब्रैम्पटन नॉर्थ जिन्हां ने मेरे विच विश्वास रखिया हैगा मैनूं फिर जित के मैंबर ऑफ पार्लीमेंट बनाया हैगा भी मैं कोशिश करूँगी भी उस तो भी ज़्यादा पिछले 6 सालों नालों वध के मैं काम करा तुहाडे लई एंड जो तुहाडीआं जो सहूलतां तुसीं चाहुंदे हैगे जो इंप्रूवमेंट्स ब्रैम्पटन दे विच चाहुंदे हैगे जां इस मुल्क दे विच ਉਹ ਤੁਹਾਡੇ ਲਈ ਡਿਲੀਵਰ ਕੀਤੀਆਂ ਜਾਣ। ਇਸ ਦੇ ਨਾਲ ਹੀ ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਨੇ ਵੀ ਆਪਣੀ ਰਾਈਡਿੰਗ ਉੱਤੇ ਮੁੜ ਤੋਂ ਕਬਜ਼ਾ ਕੀਤਾ ਅਤੇ ਮਿਸਿਸਾਗਾ ਮਾਲਟਨ ਰਾਈਡਿੰਗ ਤੋਂ ਨਵੇਂ ਉਮੀਦਵਾਰ ਇਕਵਿੰਦਰ ਗਹੀਰ ਨੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ। ਜ਼ਿਕਰ ਹੋ ਗਿਆ ਕਿ ਇਹ ਰਾਈਡਿੰਗ ਪਹਿਲਾਂ ਨਵਦੀਪ ਬੈਂਸ ਦੇ ਕੋਲ ਸੀ ਜਿਨ੍ਹਾਂ ਨੇ ਲਿਬਰਲ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਸੰਭਿਆ ਸੀ। ਕੈਨੇਡਾ ਦੀ ਨਵੀਂ ਫੈਡਰਲ ਸਰਕਾਰ ਦੇ ਵਿੱਚ ਇਸ ਵਾਰ ਵੀ ਪੰਜਾਬੀਆਂ ਨੂੰ ਢੁਕਵੀਂ ਨੁਮਾਇੰਦਗੀ ਮਿਲਣ ਦੇ ਆਸਾਰ ਹਨ। ਫੈਡਰਲ ਚੋਣਾਂ 2021 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਰਾਈਡਿੰਗਸ ਮੁੜ ਤੋਂ ਲਿਬਰਲ ਉਮੀਦਵਾਰਾਂ ਦੇ ਕੋਲ ਗਈਆਂ ਹਨ। ਪੇਸ਼ ਹੈ ਇੱਕ ਖਾਸ ਮੁਲਾਕਾਤ ਉਹਨਾਂ ਜੇਤੂ ਉਮੀਦਵਾਰਾਂ ਦੇ ਨਾਲ। ਫੈਡਰਲ ਇਲੈਕਸ਼ਨ 2021 ਮੈਂ ਇਸ ਵੇਲੇ ਮੌਜੂਦ ਹਾਂ ਰਿਚਮੰਡ ਸਟੀਵਸਨ ਹਲਕੇ ਤੋਂ ਜਿੱਥੇ ਕਿ ਬਹੁਤ ਵੱਡੀ ਲਿਬਰਲ ਪਾਰਟੀ ਨੂੰ ਜਿੱਤ ਹੋਈ ਆ। ਪਰਮ ਬੈਂਸ ਜੋ ਕਿ ਥੋੜ੍ਹਾ ਜਿਹਾ ਮੈਂ ਪਿਛੋਕੜ ਦੱਸਦਾ ਜਾਵਾਂ ਕਿ ਬੜੇ ਹੀ ਐਕਟਿਵ ਸਨ BC ਲਿਬਰਲ ਪਾਰਟੀ ਦੇ ਵਿੱਚ ਬੜਾ ਐਕਟਿਵਲੀ ਉਹਨਾਂ ਨੇ ਕੰਮ ਕੀਤਾ। ਪਰਮ ਤੁਹਾਡੀ ਜਿੱਤ ਤੇ ਕੀ ਕਹਿਣਾ ਚਾਹੋਗੇ? ਬਸ ਇੰਨਾ ਮੈਂ ਵੀ ਕਾਫੀ ਗ੍ਰੇਟਫੁਲ ਹਾਂ ਜਿਹੜੇ ਸਟੀਵਸਨ ਰਿਚਮੰਡ ਈਸਟ ਦੇ ਜਿਹੜੇ ਲੋਕ ਆ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਉਹਨਾਂ ਨੂੰ ਰੈਪਰੈਜ਼ੈਂਟ ਕਰਨ ਲਈ। ਕਾਫੀ ਆਨਰੇਬਲ ਪੋਜੀਸ਼ਨ ਹੈਗੀ ਆ। ਬਸ ਮੈਂ ਹੁਣ ਕੰਮ ਕਰਨ ਲਈ ਹੁਣ ਤਿਆਰ ਹੋਣਾ ਪੈਣਾ ਸਾਨੂੰ। ਸੋ ਦੈਟਸ ਆਲ ਰਾਈਟ ਨਾਓ। ਕਾਫੀ ਮੁਸ਼ਕਲ ਸੀਗਾ ਪਹਿਲਾਂ ਤੁਸੀਂ ਨੋਮੀਨੇਸ਼ਨ ਜਿੱਤੀ ਪਹਿਲਾਂ ਨੋਮੀਨੇਸ਼ਨ 'ਤੇ ਕਾਫੀ ਤੁਸੀਂ ਟਾਈਮ ਲਾਇਆ ਉਸ ਤੋਂ ਬਾਅਦ ਇਹ ਸੀਟ ਹਮੇਸ਼ਾ ਹੀ ਕਦੀ ਲਿਬਰਲ ਰਹੀ ਕਦੀ ਕੰਜ਼ਰਵੇਟਿਵ ਕੋਲੇ। ਤੁਹਾਨੂੰ ਜਦੋਂ ਤੁਸੀਂ ਨੋਮੀਨੇਟਡ ਹੋ ਗਏ ਤੁਹਾਨੂੰ ਲੱਗਦਾ ਸੀਗਾ ਕਿ ਇਹ ਸੀਟ ਤੁਸੀਂ ਕੱਢ ਸਕੋਗੇ? ਪਹਿਲਾਂ ਤਾਂ ਕਦੇ ਦੇਖੋ ਜਦੋਂ ਇਲੈਕਸ਼ਨ ਜਦੋਂ ਸ਼ੁਰੂ ਹੁੰਦੀ ਹੈ ਤੁਸੀਂ ਜ਼ੀਰੋ ਤੋਂ ਸਟਾਰਟ ਹੁੰਦੇ ਆ ਰਾਈਟ। ਇੱਦਾਂ ਕੋਈ ਨਹੀਂ ਸੋਚਦਾ ਪਈ ਓਕੇ ਇਹ ਵੀ ਸੌਖੀ ਜਿੱਤ ਜਾਣੀ ਆ ਜਾਂ ਕੰਮ ਕਰਨਾ ਪੈਣਾ ਆ ਰਾਈਟ। ਜਿਹੜੀ ਸਾਡੀ ਟੀਮ ਸੀ ਉਹਨਾਂ ਨੂੰ ਮੈਂ ਬਹੁਤ ਗ੍ਰੇਟਫੁਲ ਹਾਂ ਉਹਨਾਂ ਲਈ ਵੀ ਕਰਕੇ ਉਹਨਾਂ ਨੇ ਜਿਹੜਾ ਪਲਾਨ ਅੱਗੇ ਜਾਰੀ ਕੀਤਾ। ਬਾਕੀ ਡੋਰਾਂ 'ਤੇ ਅਸੀਂ ਗਏ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਦੋਂ ਸਾਨੂੰ ਪਤਾ ਲੱਗਦਾ ਸੀ ਵੀ ਸਾਡੇ ਕੋਲ ਚਾਂਸ ਹੈਗਾ ਆ।
ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜਾ ਕੰਮ ਤੁਸੀਂ BC ਲਿਬਰਲ ਪਾਰਟੀ ਦੇ ਵਿੱਚ ਕੀਤਾ ਬਿਹਾਈਂਡ ਦਾ ਸੀਨ, ਜਿਵੇਂ ਤੁਸੀਂ ਆਫੀਸ਼ੀਅਲ ਕੰਮ ਸਾਰਾ ਦੇਖਦੇ ਰਹੇ ਹੋ, ਕਿਤੇ ਨਾ ਕਿਤੇ ਉਹ ਹੈਲਪ ਕੀਤਾ ਤੁਹਾਨੂੰ ਇਸ ਕੈਂਪੇਨ ਦੇ ਵਿੱਚ ਵੀ? ਯਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹ ਬਿਲਕੁਲ ਤੁਹਾਨੂੰ ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਆ ਜਾਂਦਾ ਆ, ਜੇ ਹੁਣ ਮੇਰੇ ਲੋਕ ਸੰਪਰਕ ਦੇ ਨਾਲ ਮੇਰਾ ਕਾਫੀ ਕੰਮ ਸੀ, ਮੀਡੀਆ ਰਿਲੇਸ਼ਨਸ ਦੇ ਨਾਲ ਕੰਮ ਸੀ, ਉੱਥੇ ਤੁਹਾਨੂੰ ਜਿਹੜੇ ਖਾਸ ਕਰਕੇ ਇਸ਼ੂਜ਼ ਅੱਗੇ ਆਉਂਦੇ ਕਮਿਊਨਿਟੀਜ਼ ਦੇ, ਤਾਂ ਬਾਕੀ ਜਿਹੜੇ ਕਮਿਊਨਿਟੀ ਦੇ ਨਾਲ ਸਹੂਲਤਾਂ ਜੋੜਨੀਆਂ, ਸੇਵਾਵਾਂ ਜੋੜਨੀਆਂ, ਉਹ ਜਦੋਂ ਤੁਸੀਂ ਕਰਦੇ ਆ ਤੁਹਾਨੂੰ ਇੰਸਟੈਂਟਲੀ ਪਤਾ ਲੱਗ ਜਾਂਦਾ ਪਈ ਓਕੇ ਇਹ ਕੰਮ ਹੋ ਰਿਹਾ ਆ, ਗੈਪ ਕਿੱਥੇ ਆ। ਸੋ ਉਦੋਂ ਤੁਸੀਂ ਆਈਡੀਆਜ਼ ਅੱਗੇ ਹੋਰ ਗਾਹਾਂ ਲਿਆ ਸਕਦੇ ਆ। ਸੋ ਜਿਹੜਾ ਕੰਮ ਆ ਉਹਨੂੰ ਬਿਹਤਰ ਕਿੱਦਾਂ ਲਿਆਉਣਾ, ਸੋ ਉਹ ਐਕਸਪੀਰੀਅੰਸ ਦੇ ਨਾਲ ਡੈਫੀਨਿਟਲੀ it helps you in this type of situation. ਐਵਰੀ ਡੇ ਐਂਡ ਨਾਈਟ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਜਿਹੜੇ ਸਿਟੀਜ਼ਨ ਆ, ਜਿਹੜੇ ਕੰਸਟੀਚੂਐਂਟ ਆਪਣੇ ਹਲਕੇ ਦੇ ਆ, ਉਹਨੇ ਮੈਨੂੰ ਇਹ ਮਾਣ ਬਖਸ਼ਿਆ, ਮੈਨੂੰ ਇਹ ਤੋਹਫਾ ਦਿੱਤਾ ਮੁੜ ਕੇ ਫੇਰ ਕਿ ਆਪਣੀ ਕਮਿਊਨਿਟੀ ਨੂੰ ਸਰਵ ਕਰਾਂ, ਤੇ ਮੁੜ ਕੇ 4 ਸਾਲ ਲਈ ਸਰਵ ਕਰਾਂ, ਤੀਜੀ ਵਾਰੀ। ਇਹ ਬਹੁਤ ਮਾਣ ਵਾਲੀ ਗੱਲ ਹੈ, ਬਹੁਤ ਘੱਟ ਇਨਸਾਨਾਂ ਨੂੰ ਇਹ ਮਿਲਦਾ ਮੌਕਾ, ਔਰ ਮੈਂ ਬਹੁਤ ਉਹਨਾਂ ਦਾ ਧੰਨਵਾਦੀ ਆ। ਤੁਸੀਂ ਕਿਹਾ ਤੀਜੀ ਵਾਰੀ ਹੈ, ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ। ਇਹ ਇਲੈਕਸ਼ਨ ਦੂਜਿਆਂ ਨਾਲੋਂ ਅਲੱਗ ਕਿੰਨੀ ਕੁ ਤੁਸੀਂ ਮਹਿਸੂਸ ਕੀਤੀ? ਇਹ ਬਹੁਤ ਡਿਫਰੈਂਟ ਸੀਗੀ ਕਿਉਂਕਿ ਪੈਂਡੈਮਿਕ ਹੋ ਕੇ ਹਟਿਆ ਸੀਗਾ, ਲੋਕਾਂ ਦਾ ਡਿਫਰੈਂਟ ਮਾਹੌਲ ਸੀਗਾ, ਪਰ ਲੋਕਾਂ ਨੇ ਸਾਨੂੰ ਡੋਰਾਂ ਦੇ ਉੱਤੇ ਪਿਆਰ ਬਹੁਤ ਦਿੱਤਾ, ਲੋਕਾਂ ਨੇ ਸਾਨੂੰ ਸਹਿਯੋਗ ਬਹੁਤ ਦਿੱਤਾ, ਔਰ ਲੋਕਾਂ ਨੇ ਸਾਨੂੰ ਇਹ ਬਹੁਤ ਧੰਨਵਾਦ ਕੀਤਾ ਕਿ ਜੋ ਅਸੀਂ ਉਹਨਾਂ ਦੇ ਵਾਸਤੇ ਕੀਤਾ ਕਿ ਹੁਣ ਉਹਨੇ ਸਾਨੂੰ ਬੈਕ ਲਿਆਂਦਾ ਇੱਥੇ। ਸੋ ਇਹ ਸਾਨੂੰ ਫਤਵਾ ਵਧੀਆ ਕਰਕੇ ਉਹਨੇ ਦਿੱਤਾ। ਖਾਸ ਕਰਕੇ ਮੈਂ ਜਿਹੜਾ ਆਪਣੇ ਹਲਕੇ ਦਾ ਦੱਸ ਸਕਦਾ, ਜੋ ਬਾਕੀ ਨੈਸ਼ਨਲੀ ਨਹੀਂ ਮੇਰੇ ਕੋਲ ਐਨਾਲਾਈਜ਼ ਕਰਾਂ, ਪਰ ਬਹੁਤ ਸੋਹਣਾ ਇੱਥੇ ਮੈਨੂੰ ਦਿੱਤਾ। ਮੇਰੇ ਨਾਲ ਹਨ ਇਸ ਵੇਲੇ ਸੁਖ ਧਾਲੀਵਾਲ ਸਾਹਿਬ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਤੁਹਾਡਾ, ਔਰ ਤੁਹਾਡਾ ਧੰਨਵਾਦ, ਔਰ ਸਾਰੇ ਵੋਟਰ ਦਾ, ਸਪੋਰਟਰ ਦਾ, ਔਰ ਵਲੰਟੀਅਰ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੇਰ ਇੱਕ ਵਾਰ ਮੈਂਡੇਟ ਦਿੱਤਾ। 36 ਦਿਨ ਦਾ ਕੈਂਪੇਨ ਬੜਾ ਅਲੱਗ ਸੀਗਾ ਕਿਉਂਕਿ ਸਭ ਕੁਝ ਪੈਂਡੈਮਿਕ ਦੇ ਵਿੱਚ ਹੋ ਰਿਹਾ। ਤੁਸੀਂ ਲੰਮੇ ਸਮੇਂ ਤੋਂ ਪੋਲਿਟਿਕਸ ਦੇ ਵਿੱਚ, ਕਿੱਦਾਂ ਦੀ ਰਹੀ ਇਲੈਕਸ਼ਨ ਪੈਂਡੈਮਿਕ ਦੇ ਵਿੱਚ? ਦੇਖੋ, ਇਹਦੇ ਵਿੱਚ ਬਹੁਤ ਵੱਡਾ ਭਰਮਾ ਹੰਗਾਰਾ ਲੋਕਾਂ ਨੇ ਮੈਨੂੰ ਦਿੱਤਾ, ਜਿਹੜਾ ਇਹ ਸ਼ੋਅ ਕਰਦਾ ਕਿ ਉਹਨਾਂ ਦਾ ਕੌਨਫੀਡੈਂਸ ਮੇਰੇ 'ਚ, ਔਰ ਮੈਨੂੰ ਐਂਡੋਰਸਮੈਂਟ ਉਹਨਾਂ ਦੀ, ਜਿਹੜਾ ਸਖਤ ਮਿਹਨਤ ਜਿਹੜੀ ਆ ਮੈਂ ਉਹਨਾਂ ਨਾਲ ਕਈ ਸਾਲਾਂ ਤੋਂ ਉਹਨਾਂ ਲਈ ਕਰਦਾ ਆਉਂਦਾ। ਕਿਹੜੇ ਮੁੱਦੇ ਨੇ ਹੁਣ ਫਿਰ ਵੀ ਜਿਨ੍ਹਾਂ ਦੇ ਤੁਸੀਂ ਅਗਲੇ 4 ਸਾਲ ਜਿਹੜਾ ਤੁਹਾਡਾ ਪਲੇਟਫਾਰਮ ਹੈ ਤੁਹਾਡੇ ਨਿਊਟਨ ਹਲਕੇ ਦਾ, ਉਹਦੇ ਵਿੱਚ ਜਿਹੜੇ ਸਾਰੇ ਮੁੱਦੇ ਪਲੇਟਫਾਰਮ ਤੇ ਨੇ, ਚਾਹੇ ਉਹ ਚਾਈਲਡ ਕੇਅਰ ਆ, ਚਾਹੇ ਉਹ ਗਨ ਕੰਟਰੋਲ ਆ, ਚਾਹੇ ਉਹ ਅਫੋਰਡੇਬਲ ਹਾਊਸਿੰਗ ਆ, ਚਾਹੇ ਉਹ ਹੈਲਥ ਕੇਅਰ ਫॉर एवरीबॉडी ਆ, ਚਾਹੇ ਉਹ ਸੀਨੀਅਰ ਕੇਅਰ ਆ, ਚਾਹੇ ਉਹ ਰੀਕਨਸੀਲੀਏਸ਼ਨ ਆ, ਚਾਹੇ ਉਹ এনवायरमेंट ਆ। ਇਹ ਸਾਰੇ ਦੇ ਸਾਰੇ ਮਸਲੇ ਜਿਹੜੇ ਆ ਸਰੀ ਨਿਊਟਨ ਦੇ ਲਈ ਬਹੁਤ ਇੰਪੋਰਟੈਂਟ ਨੇ, ਔਰ ਮੈਂ ਉਹਨਾਂ ਦੀ ਆਵਾਜ਼ ਹਮੇਸ਼ਾ ਜਿਹੜੀ ਆ ਆਟਵਾ 'ਚ ਲੈ ਕੇ ਜਾਊਂ। ਇਹ ਸਰੀ ਨਿਊਟਨ ਦੇ ਲੋਕ ਵੀ ਜਾਣਦੇ ਆ, ਔਰ ਆਟਵਾ ਵੀ ਜਾਣਦਾ। ਮੈਂ ਝਿਜਕਦਾ ਨਹੀਂ, ਡਰਦਾ ਨਹੀਂ ਕਦੇ ਵੀ, ਉਹਨਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕਰ ਲੂੰ। ਆਈ ਵਿਲ ਕੰਟੀਨਿਊ ਟੂ ਡੂ ਦੈਟ। ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PDC ਨਿਊਜ਼ ਦੇ ਨਾਲ।